ਗੋਲਾ ਜੇ ਸਫੈਦ ਗੋਲਾ ਨੂੰ ਬੋਲਿਆ ਜਾਂਦਾ ਜੀ। ਸਫੈਦ ਗੋਲਾ। ਹਾਂਜੀ ਤੁਹਾਨੂੰ ਸਫੈਦ ਗੋਲਾ ਸਭ ਤੋਂ ਅੱਛਾ ਲੱਗਦਾ? ਹਾਂਜੀ ਸਭ ਤੋਂ ਬੈਸਟ ਹੈ। ਇਹਦੀ ਸ਼ਾਈਨਿੰਗ ਸਬਜ਼ੀ ਬਹੁਤ ਜ਼ਿਆਦਾ ਜੀ। ਇਹ ਦੇਖੋ ਛੋਟਾ ਇਹ ਸ਼ਾਈਨਿੰਗ ਵੇਖੋ ਇਹਦੀ ਇਹ ਚੀਜ਼ ਬਣਨੀ ਇਹ ਸ਼ਾਈਨਿੰਗ ਦੀ ਬਹੁਤ ਜ਼ਿਆਦਾ ਜੀ। ਇਹ ਗਰਮੀ ਸਰਦੀ ਦਾ ਬੈਸਟ ਜੀ। ਅਗਰ ਇਨਸ਼ਾਅੱਲਾ ਤੁਹਾਡਾ ਚੱਕਰ ਗਰਮੀ 'ਚ ਲੱਗੇ ਗਰਮੀ ਦੇ ਫਲ 'ਚ ਖਾਵਾਂਗੇ ਵੀ ਗਰਮੀ ਦਾ ਫਲ ਇਹਨੂੰ ਕਿੰਨਾ ਕੁ ਪੈਂਦਾ ਜੀ। ਸਰਾਈ ਦਾ ਬੂਟਾ ਜੀ ਪਿਓਰ ਸਰਾਈ ਜਿਵੇਂ ਇੱਕ ਨੰਬਰ ਆਉਂਦੇ ਨੇ ਗਰਮੀ ਦੀ ਵੀ ਚਿਚੜੀ ਇਹਨੂੰ ਨਹੀਂ ਪੈਂਦੀ। ਅੱਛਾ ਇਹ ਸਰਾਈ ਦਾ ਪੌਦਾ ਹੈ? ਹਾਂਜੀ ਇਹ ਸਰਾਈ ਦਾ ਪੌਦਾ ਜੀ। ਪਿਓਰ ਸਰਾਈ? ਪਿਓਰ ਸਰਾਈ ਇੱਕ ਨੰਬਰ ਜੀ। ਜ਼ਬਰਦਸਤ। ਤੇ ਦੂਸਰਾ 골ਡਨ ਕਿੱਥੇ? 골ਡਨ ਸਰ ਜੀ ਸਰਾਈ ਦੀ ਪਛਾਣ ਵੀ ਦੱਸਿਓ। ਸਰਾਈ ਦੀ ਪਛਾਣ ਸਰ ਜੀ ਇਹ ਥੋੜਾ ਜਿਹਾ ਲੰਮਾ ਹੁੰਦਾ ਜੇ ਦੂਸਰਿਆਂ ਤੋਂ ਸਾਈਜ਼ ਦਾ ਮੋਟਾ ਹੁੰਦਾ ਜੀ। ਅੱਛਾ ਇਹ 골ਡਨ ਜੀ ਜਿਹੜਾ ਸੁਰਖ ਹੁੰਦਾ ਬਿਲਕੁਲ ਸੁਰਖ ਉੱਤੋਂ ਇਹ 골ਡਨ ਜੀ। ਠੀਕ ਹੋ ਗਿਆ। ਇਹ ਅਸੀਂ ਇਹਦੀ ਚੜਾਈ ਕਰ ਦਿੰਦੇ ਇਹਨੂੰ ਪਿੱਛੇ ਲੈਣੇ ਠੰਡ ਦੇ ਵਿੱਚ ਇਹਨੂੰ ਫੁੱਲ ਇਹ 골ਡਨ ਜੀ ਫੁੱਲ ਲਾਲ ਹੋਏਗਾ ਉੱਪਰ। ਠੀਕ ਹੈ। ਛਟਾ ਨਵਾਂ 골ਡਨ ਆ ਛਟਾ ਕੱਢ ਦਿਆ ਉਹਨੇ ਇਹ ਬਿਲਕੁਲ ਸੁਰਖ ਹੋਏਗਾ ਖੂਨ ਤੋਂ। ਮਿਠਾਸ ਇਹਦੇ 'ਚ ਬਹੁਤ ਜ਼ਿਆਦਾ ਜੀ। ਅੱਛਾ ਹੁਣ ਜਿਹੜੇ ਹੋਰ ਤੁਹਾਡੇ ਕੋਲ ਕਿਹੜੀ ਕਿਹੜੇ ਨੇ ਤੁਹਾਡੇ ਨਸਲਾਂ? ਨਸਲਾਂ ਸਾਡੀ ਸਾਡੇ ਕੋਲ 5 ਤੋਂ 6 ਜੀ ਇੱਥੇ। ਵਹਾਏ ਹੋ ਸਾਰੀ 골ਡਨ ਵੀ ਹੋ ਗਿਆ ਸਰਾਈ ਵੀ ਹੋ ਗਿਆ ਹੋਰ? ਹਾਂਜੀ ਇਹਨੂੰ ਸਰ ਜੀ ਇਲਾਹਾਬਾਦੀ ਸਰਾਈ ਬੋਲਦੇ ਜੇ ਲੰਮੀ ਹੁੰਦੀ ਇਲਾਹਾਬਾਦੀ ਨੂੰ ਕਿਹਾ ਜਾਂਦਾ। ਯਾਨੀ ਸਰਾਈ ਅਲੱਗ ਹੈ ਤੇ ਇਲਾਹਾਬਾਦੀ ਸਰਾਈ ਅਲੱਗ ਹੈ। ਇਹ ਇਲਾਹਾਬਾਦੀ ਸਰਾਈ ਇਹ ਲੰਮੀ ਹੁੰਦੇ ਨਾਲ ਇਲਾਹਾਬਾਦੀ ਸਰਾਈ। ਹਾਂਜੀ ਇਹ ਬੜੀ ਆਲਾ ਵੈਰਾਈਟੀ ਦੀ ਸਰਾਈ ਜੀ। ਗਰਮੀ ਸਰਦੀ ਦੀ ਮਾਸ਼ਾਅੱਲਾ ਇਹਦੀ ਬਹੁਤ ਜ਼ਿਆਦਾ ਫਰਕ ਜੀ। ਇਹ ਖਲੋਤੀ ਜੀ ਉਹ ਅੱਗੇ ਖਲੋਤਾ ਜੀ ਇਹ ਜੋ ਸਬਜ਼ੀ ਅੱਗੇ ਪਾਉਣਾ ਸਰ ਜੀ। ਇੱਕ ਨੰਬਰ ਸਰਾਈ ਜੀ ਪਾਕਿਸਤਾਨ ਚ ਪਾਸ ਕਰ ਗਈ। ਇਹ ਇੱਕ ਨੰਬਰ ਸਰਾਈ ਇਹਨੂੰ ਬੋਲਦੇ ਜੀ। ਬਹੁਤ ਜ਼ਿਆਦਾ ਐਵਰੇਜ ਜੀ। ਇਹਨੂੰ ਇੱਕ ਨੰਬਰ ਸਰਾਈ? ਹਾਂਜੀ ਇੱਕ ਨੰਬਰ ਸਰਾਈ। ਐਵਰੇਜ ਕਿੰਨੀ ਕਦੀ? ਐਵਰੇਜ ਸਰ ਜੀ ਤੁਹਾਡੇ ਸਾਹਮਣੇ ਵੇਖ ਲਓ ਪੌਦੇ ਦੀ ਮਾਸ਼ਾਅੱਲਾ। ਠੀਕ ਹੈ ਮਾਸ਼ਾਅੱਲਾ। 4 ਮਣ ਅਮਰੂਦ ਹੋਣੇ। ਅੱਛਾ ਇਹ ਸਰਾਈ ਹੋ ਗਿਆ ਤੇ ਇੱਕ ਨੰਬਰ ਸਰਾਈ ਅਲੱਗ ਕਿਸਮ ਹੈ ਸਰਾਈ ਅਲੱਗ ਕਿਸਮ ਹੈ। ਇਹ ਸਬਜ਼ੀ ਸਭ ਤੋਂ ਬੈਸਟ ਕਿਹੜੀ ਹੈ? ਸਭ ਤੋਂ ਬੈਸਟ ਹੈ ਜੀ ਸਰਾਈ ਇਹਨੂੰ ਬੋਲਦੇ ਨੇ। ਇੱਕ ਨੰਬਰ ਇਹ ਤਾਂ ਸਰਾਈ। ਜੇ ਝਾੜੀ ਨੇ ਪਿੱਛੇ ਲੈ ਕੇ ਅਸੀਂ ਆਏ ਇਹਨੂੰ ਅਸੀਂ ਸਟਾਰਟ ਕਰਨਾ ਦੂਸਰੇ ਮਹੀਨੇ। ਇਸੇ ਸਾਨੂੰ ਤਾਂ ਫਿਰ ਪਤਾ ਹੈ ਵੀ ਇਹ ਕਾਰੋਬਾਰ ਕਰਨੇ ਨੂੰ ਝਾੜ ਦੇਣਾ ਝਾੜ ਕਿਸੇ ਨੂੰ ਪਿੱਛੇ ਲੈ ਕੇ ਆਉਣਾ। ਫਿਰ ਇਹਦੀ ਸ਼ਾਖ ਤਰਾਸ਼ੀ ਅਸੀਂ ਕਰਦੇ ਆ। ਵੇਖੋ ਇਹ ਸਾਲ 'ਚ ਜਦੋਂ ਇਹ ਅਸੀਂ 6ਵੇਂ ਤੋਂ 8ਵੇਂ ਮਹੀਨੇ ਤੱਕ ਦੀ ਅਗੋ ਸ਼ਾਹਾਂ ਤੋੜਨੀਆਂ ਨੇ। ਪ੍ਰੋਨਿੰਗ ਜਿਹਨੂੰ ਕਹਿੰਦੇ? ਹਾਂਜੀ ਇਹ ਸ਼ਾਖ ਤੋੜ ਕੇ ਇਹਦੀ ਤਾਕਤ ਰੁਕੇਗੀ। ਕਿਹੜੇ ਮਹੀਨੇ 'ਚ? ਇਹ ਅਸੀਂ ਸਬਜ਼ੀ ਕਰਨੇ ਹੈਗੇ ਜੇ 6ਵੇਂ ਤੋਂ ਲੱਗ ਕੇ। ਹਾਂ 6ਵਾਂ 7ਵਾਂ ਸਟਾਰਟ 5ਵੇਂ ਤੋਂ ਕਰੀਦਾ। 7ਵੇਂ ਤੱਕ 2 ਮਹੀਨੇ ਅਸੀਂ ਦੀ ਅਗੋ ਇਹ ਫੋੜ ਤੋੜਨੀ ਜਿਹਦੇ ਚ ਇਹ ਅਮਰੂਦ ਤਿਆਰ ਹੁੰਦਾ ਜੀ। ਅੱਛਾ ਇਹ ਫੋੜ ਤੋੜਦੇ ਹੋ ਤੁਸੀਂ? ਹਾਂਜੀ ਫੋੜ ਤੋੜ ਕੇ ਦੀ ਤਾਕਤ ਰੁਕੇਗੀ ਤੇ ਪਿੱਛੋਂ ਅਮਰੂਦ ਨਿਕਲੇਗਾ। ਅਗਰ ਇਹ ਨਾ ਤੋੜਾਂਗੇ ਵੱਧਦਾ ਜਾਏਗਾ। ਇਹ ਵੱਧਦਾ ਜਾਏਗਾ ਬੂਟਾ ਹੀ ਵੱਧ ਜਾਏਗਾ ਤੇ ਚੀਜ਼ ਵੀ ਇਹਨੂੰ ਅਮਰੂਦ ਵੀ ਘੱਟ ਲੱਗੇਗਾ। ਠੀਕ ਹੋ ਗਿਆ। ਅੱਛਾ ਹੋਰ ਕਿਹੜੀ ਨਸਲ ਜਿਸ ਤੋਂ ਇਲਾਵਾ? ਉਹ ਉਧਰ ਨਵਾਂ ਤਿਆਰ ਕੀਤਾ ਇਹ ਉਕਾੜੇ ਤੋਂ ਲਿਆ ਸਬਜ਼ੀ ਲੈ ਕੇ ਆਏ। ਉਕਾੜੀ ਤੋਂ ਲੈ ਕੇ ਆਏ? ਹਾਂਜੀ ਇਹ 20 ਦਿਨ ਅੱਗੇ ਚੱਲੇਗੀ ਗਰੰਟੀ ਅਸੀਂ ਦੇਵਾਂਗੇ। ਗਰਮੀ ਦੀ ਵੀ ਸਰਦੀ ਦੀ ਵੀ ਲੋਕਾਂ ਨੂੰ 20 ਦਿਨ ਅੱਗੇ ਚੱਲੇਗਾ ਅਮਰੂਦ। ਯਾਨੀ 20 ਦਿਨ ਜ਼ਿਆਦਾ ਫਾਸਟ? ਹਾਂਜੀ ਯਾਨੀ ਜਿਹੜਾ ਸੌਦਾ ਜਲਦੀ ਨਿਕਲ ਆਏਗਾ ਉਹ ਰੇਟ ਵੀ ਅੱਛਾ ਮਿਲੇਗਾ? ਬਿਲਕੁਲ ਜੀ। ਜਦੋਂ ਪੀਕ ਤੇ ਚੀਜ਼ ਆ ਜਾਂਦੀ ਫਿਰ ਰੇਟ ਘਟ ਜਾਂਦਾ? ਹਾਂਜੀ ਠੀਕ ਹੋ ਗਿਆ ਜ਼ਬਰਦਸਤ। ਇਹ ਕਿਹੜੀ ਨਸਲ ਦੀ ਪਨੀਰੀ? ਇਹ ਸਰ ਜੀ ਸਾਡੇ ਕੋਲ ਜੇ ਇਹ ਵੀ ਗੋਲਾ ਜੇ ਇਹ ਬੜਾ ਆਲਾ ਵੇ ਸਿਰਫ 15 ਏਕੜ ਜੇ 45 ਲੱਖ ਰੁਪਏ ਦਾ ਵਿਕਿਆ ਜੇ 15 ਏਕੜ ਅਮਰੂਦ। 15 ਏਕੜ ਅਮਰੂਦ 45 ਲੱਖ ਰੁਪਏ ਦਾ ਵਿਕਿਆ ਜੀ। ਇਹਦੀ ਐਵਰੇਜ ਬਹੁਤ ਜ਼ਿਆਦਾ ਜੀ ਇਸ ਅਮਰੂਦ ਦੀ। ਤੇ ਲੇਕਿਨ ਜਿਹੜਾ ਹਾਈ ਡੈਂਸਿਟੀ ਤੁਸੀਂ ਉਹਨੂੰ ਪਸੰਦ ਨਹੀਂ ਕਰਦੇ? ਨਹੀਂ ਸਰ ਜੀ। ਉਹਦੀ ਕੀ ਵਜ੍ਹਾ? ਸਰ ਜੀ ਅਸੀਂ ਜੋ ਚੀਜ਼ ਇਸਤੇਮਾਲ ਕੀਤੀ ਜਾਂ ਜੋ ਅਸੀਂ ਕਰ ਰਹੇ ਹਾਂ 20 ਸਾਲ ਤੋਂ ਕੰਮ ਕਰ ਰਹੇ ਹਾਂ ਜਿੰਦਾ ਮਿਆਰ ਹੈ ਸਾਡੀਆਂ ਨਜ਼ਰਾਂ ਦੇ ਵਿੱਚ ਅਸੀਂ ਉਹ ਚੀਜ਼ ਹੀ ਲੋਕਾਂ ਨੂੰ ਲਵਾ ਰਹੇ ਹਾਂ। ਯਾਨੀ ਚੋਖੜਾ ਬੈਸਟ ਹੈ? ਹਾਂਜੀ ਚੋਖੜਾ ਬੈਸਟ ਹੈ ਸਰ ਜੀ। ਉਹਦੇ ਚ ਪੈਲੀ ਜਿਹੜੀ ਨਾ ਉਹ ਤਾਂ ਰੁਕੀ ਜਾਣੀ ਨਾ। ਹਾਂ 2 ਸਾਲ 4 ਸਾਲ ਤੋਂ 120 ਬੂਟੇ ਲੱਗਣੇ 120 ਵੀ ਲੱਗਣੇ ਤੇ ਪੈਲੀ ਰੁਕ ਜਾਣੀ। ਤੇ ਅਗਰ ਤੁਸੀਂ ਤੁਹਾਡਾ 3 ਲੱਖ ਰੁਪਏ ਦਾ ਕਿੱਲਾ ਵਿਕਦਾ ਤੁਸੀਂ ਉਹ ਵਿੱਚ ਉਨੀ ਦੇਰ ਪੈਲੀ ਵੀ ਬੀਜੋ। 120 ਬੂਟੇ ਜਦੋਂ ਕੋਈ ਵੀ ਠੇਕੇਦਾਰ ਮੈਂ ਖਰੀਦਣਾ ਮੈਂ ਪੈਲੀ ਦੇ ਪੈਸੇ ਦੇਣੇ ਮੈਂ 120 ਬੂਟਿਆਂ ਦੇ ਪੈਸੇ ਦੇਣੇ ਨੇ। ਠੀਕ ਹੈ। ਮੈਂ ਹੁਣ ਤੁਹਾਡੇ ਕੋਲ ਪੁੱਛਣਾ ਜੀ ਕਿ ਕਣਕ ਕਿਉਂ ਨਾ ਲਾਣ ਲੋਕ ਬਾਗ ਕਿਉਂ ਲਾਣ? ਸਰ ਜੀ ਇੱਥੇ ਲੋਕ ਬਾਗ ਨੂੰ ਤਰਜੀਹ ਨਹੀਂ ਸਾਡੇ। ਤੁਸੀਂ ਜਾਓ ਗਾਉਂ ਦੇ ਵਿੱਚ ਜਿੰਦਾ 1 ਏਕੜ ਵੀ ਹੈ ਨਾ ਉਹਨੇ ਅਮਰੂਦ ਲਾਇਆ ਜੀ। ਕੋਈ ਕਣਕ ਤੁਹਾਨੂੰ ਪਿੰਡ 'ਚ ਨਜ਼ਰ ਨਹੀਂ ਖਾਣ ਵਾਸਤੇ ਵੀ ਆਣੀ। ਇਹਦਾ ਮੁਨਾਫਾ ਬਹੁਤ ਹੈ? ਹਾਂਜੀ ਇਹਦਾ ਮੁਨਾਫਾ 3 ਲੱਖ ਰੁਪਏ ਦਾ ਵਿਕਿਆ ਜੀ। ਚੋਖੜਾ 3,30,000 ਦਾ। ਜ਼ਬਰਦਸਤ। ਮੈਂ ਕਣਕ ਤੇ ਨਹੀਂ ਨਾ ਹੋਣੀ? ਹਾਂਜੀ ਮੈਂ ਇੱਥੇ ਲਾਇਆ ਕੋਟ ਕਰਮਕਸ਼ ਲਾਇਆ ਜੀ ਚੋਖੜਾ ਇੱਕ ਬੰਦੇ ਦਾ। ਠੀਕ ਹੈ। 1 ਕਿੱਲਾ ਲਾਇਆ ਕਿ ਕਿੱਲੇ 'ਚ ਉਹਨੇ 200 ਬੂਟਾ ਲਵਾਇਆ। ਮੈਂ ਉਹਦਾ 1.5 ਲੱਖ ਦਾ ਗਾਹਕ ਆ ਜੀ। 1 ਸਾਲ 'ਚ ਬਾਗ ਉਸ ਬੰਦੇ ਤੇ 1 ਸਾਲ 'ਚ ਐਡਾ ਬਾਗ ਜੀ। ਆਂਦੇ ਸਾਲ ਮੈਂ 1.5 ਲੱਖ ਰੁਪਏ ਦਾ ਹੁੰਦਾ। क्या बात। दूसरे साल च मैं ਉਹਦਾ ਗਾਹਕ ਹੈ। अस्सलाम वालेकुम। वालेकुम अस्सलाम। सर क्या नाम है आपका? मेरा नाम है हाजी वलायत अली। हाजी वलायत साहब ये इलाका कौन सा है? ये सर गाँव जंडू है कोटली जंडू ठीक है। जिला सियालकोट में है। माशाल्लाह। तो ये कितनी जगह पे आपने ये बाग काश्त किया हुआ है? ये 3.5 एकड़। 3.5 एकड़ अमरूद का बाग? जी सर। ये बताइए कि अमरूद का बाग लगाया किस मौसम में जाता है? सर ये दूसरे महीने में लगाया जाता है। फरवरी में? फरवरी में लगाया जाता है। ठीक है। तो ये बतलाइए कि फी एकड़ पौधे कितने से लेकर कितने तक चल रहे हैं? ये सर 15 फुट पे भी चल रहा है। ठीक है। 6 बाई 4 पे भी चल रहा है। वो 2200 बूटा लगेगा। 6 बाई 4 पे? जी। यानी 2 कतारों के दरमियान 4 फुट फासला? जी 6 4 यानी 2 पौधे 4 फुट फासले पे और कतार 6 फुट पे? 6 फुट पे। तो फिर 2200 पौधा लगता है? 2200 पौधा लगता है। फिर सर 484 बूटे लगते हैं। उसको हम बोलते हैं चौखड़ा। चौखड़ा। ये 6 फुट पे पौधा लगता है। 15 फुट जगह इस तरफ से
ठीक है। 15 फुट जगह उस तरफ से। बेहतर कौन सा रहता है? बेहतर सर जी, बेहतर ज़्यादा एवरेज लेने वाला तो है चौखड़ा, उसको हम बोलते हैं। 484 बूटे किले में लगते हैं, वो 3.5 लाख रुपए का बिकता है। वो चोखड़ा हो गया 3.5 लाख का जी। 150 पौधे वाला कितने तक ये जाता है? सर अच्छी वाली पनीरी होती है, ये 2 लाख भी बिक जाता है। 2 लाख 3 में 1.5 लाख का। 7 फसलें भी काश्त हो जाती हैं। जी, ये फसलें तकरीबन 4 साल तक होती हैं, उसके बाद में नहीं। और जो हाई डेंसिटी है जिसमें 2200 पौधा लगता है, जी, वो कम से कम 5-5.5 लाख का। 5-5.5 लाख का। 1 एकड़। आपका वोट किस तरफ जाता है, चोखड़ा हाई डेंसिटी या 150 वाले पे? चौखड़े पे। चोखड़ा अच्छा है। अच्छा सर। उसके अंदर फसल भी काश्त हो जाती है? जी सर। उसके अंदर क्या काश्त किया जा सकता है? उसके अंदर ज़्यादातर तो बरसेम काश्त करते हैं, स्टार्ट में गंदम बीज सकते हैं ठीक है, तकरीबन 2 साल, उससे बाद में कुछ भी नहीं, बाद में बरसेम ही काश्त होती है। ठीक हो गया। तो ये जो जब उसके दरमियान हाल चलाना हो या गोडी करनी हो तो कौन सी मशीन से हो सकती है? सर वो रूटावेटर चलाते हैं इसमें, एक छोटा रूटावेटर है हाथ से चलने वाला, गोडी के लिए वो चाइना का? करते हैं। जी, चाइना का रूटावेटर, वो गोडी के लिए इस्तेमाल कर लेते जी। हैं। ठीक हो गया। ये कहाँ से मिल जाता है? ये डस्के मिल जाता है। डस्के से मिल जाता जी। है। ठीक हो गया। हमने पौधा लगा लिया, जी। ये बताइए फरवरी में पौधा लगाने के बाद इसको पानी कब दिया जाता है और खाद कब दी जाती है? अब सर ये 4 महीने बाद इसको खाद डालनी है। कौन सी? इसको डालनी है DAP पोटाश। अगर ज़्यादा जल्दी तैयार करना है तो इस पर स्प्रे किया जाता है। ठीक है। ईज़ा बयान उसको बोलते हैं। ईज़ा बयान? ईज़ा बयान वो बहुत ज़्यादा परवरिश करता है उसमें लोग पौधे की? पौधे। जी, और कोई बीमारी नहीं उस पर लगती। ईज़ा बयान से? ईज़ा बयान से जब आपने पौधा लगाना है, खड्डा गहरा खोदना है, ठीक है। खोद के उसमें DAP और ये खाद गली सड़ी गोबर खाद ये ठीक। मिक्स करनी है, मिक्स करके नीचे डालनी है थोड़ी थोड़ी सी। ठीक है। ऊपर पौधा लगाना, ऊपर से पानी लगा देना। ठीक है। जितने आप पानी कम लाएंगे उतना ज़्यादा पौधा, जितने ज़्यादा लाएंगे पानी उतना पौधा कम चलेगा। अच्छा, जी। तो आप पानी के बारे में बता देना कि शुरू में कितनी देर बाद लगाना है और बाद में कितनी देर बाद? ठीक 15 दिन बाद पानी, शुरू बाग काश्त कर दिया है पानी लगा दो, 15 दिन बाद पानी लगाना है। ठीक है। उसकी जो गोडी है वो 4 महीने बाद करनी, जब वो जड़ पकड़ जाए। ठीक है। उससे पहले नहीं, उससे पहले नहीं करनी? उससे पहले नहीं, पौधा मुरझा जाएगा, गोडी करेगा। ठीक जब है। खाद डालेंगे तो खत्म हो जाएगा। और फिर उसके बाद 4 महीने बाद वो अपनी परवरिश शुरू कर देगा। ठीक है। जमीन में जड़ें उतार देगा, उसके बाद चल पड़ता है? हाँ चल पड़ता है। फिर उसको गोडी दें, खादें डालें, मौसम होता है। पहला फल कितनी देर के बाद 1 आता है? साल बाद। 1 साल बाद? जी। और 1 साल में गोडी कितनी दफा करनी 1 पड़ती है? साल बाद गोडी कम से कम 5 बार करते हैं। 1 साल में? जी। फिर ये बन गई हर 2 माह के बाद? हाँ जी। हर 2 माह के बाद एक गोडी आप हाँ करें? जी, छोटे पौधे की परवरिश ज़्यादा होगी गोडी के जरिए। ठीक हो गया। तो ये बतलाइए कि कौन सी किस्म अमरूद की बेहतर रहती है? जी, ये है, ये गोला, हम इसे सफ़ेद गोला बोलते हैं। ठीक है। ये गर्मी और सर्दी का ये फल इस तरीके लगता है, ठीक है, यानी गर्मी और सर्दी में भी एक इसी जैसा होता है। ये कम से कम 3 से 4 मन, ये उम्र है 5 साल की इस पौधे की, 6 साल की। तरह? ठीक है। तो ये पौधा बहुत अच्छा है। एक हम पौधा बोलते 3-4 मन हैं। जी, दे देता है? दे देता सर, ये आपके सामने ही है। दोनों सीजनों का या एक नहीं, सीजन? एक सीजन, दोनों सीजनों का तकरीबन 5 मन। दोनों सीजन का हाँ 5 जी, मन? ये 5-5.5 साल की उम्र का है। ये वाला? हाँ, ये हमारी परवरिश देख लो, अमरूद तैयार भी है तो नीचे से गोडी की हुई है। बिल्कुल ज़बरदस्त, ज़बरदस्त। डबल खाद डाली, इसको ज़्यादा फल था ठीक है। तो डबल खाद इसको डाली है। खाद कितनी देर के बाद देनी है? खाद सर जी हम तो 7वें 8वें में डालते हैं, DAP के पोटाश और कोई खाद। एक गट्टू? जी, ये फी एकड़ को 2 बोरियां डालते हैं हम। तो आम ज़्यादा फल होए तो नाल खाद सिंगल सुपर फास्फेट। सिंगल सुपर फास्फेट, जी। यानी 2 बोरी DAP, हाँ 2 जी। बोरी पोटाश हाँ जी। और 1 बोरी सिंगल सुपर फास्फेट। जी। ये आप डाल रहे हैं पूरे साल में? साल में अगर जब तीसरा महीना आता है, मार्च, हम्म। अमरूद ज़्यादा है तो ये वाला, हाँ हाँ। फिर हम इसको जरखेज़ डालते हैं। जरखेज़ जो ना अमरूद को मोटा करती है। ठीक फिर है। जरखेज़ डालेंगे इसको तीसरे महीने में, ठीक है। इसको डालेंगे जरखेज़। वो अलग से है? हाँ, वो अलग से है। उससे ये साइज़ गर्मी आ जाती है ना, ये साइज़ गर्मी से छोटा रहता है, वो खाद से साइज़ मोटा हो जाता है। ठीक है, जरखेज़ डालते हैं। ठीक हो गया। तो ये बतलाइए कि ये अमरूद की उम्र कितने साल तक चलता रहता है या कितने साल तक फल देता है? सर ये नस्लें होती हैं, ये कम से कम, हमारा गांव है तो वहाँ 22 साल का बाग है। 22 साल तक 22 चल रहा है? चल रहा, अभी तंदुरुस्त है, ठीक ठाक है, ज़बरदस्त है। ज़बरदस्त। और- और ये केयर जो नीचे से करते हैं ना, इससे बाग चलता है। अगर जिन लोगों जो स्प्रे करते हैं घास साड़ने वाली, वो इनको नीचे कर दो, ये 3 साल में ख़त्म हो जाएगी। यानी घास साड़ने वाली स्प्रे नहीं करनी? स्प्रे इसके नीचे नहीं करनी, ज़बरदस्त। इधर करोगे ये 6 इंच तक वो जाता है स्प्रे। ठीक है। इधर 1 एकड़ है, फारक ख़राब हो गया? ख़राब हो गया, उसने 6 स्प्रे की हैं नीचे। ठीक है। इधर बोलते फारक, कोई फारक वो पड़ देना है कम। और जिसको पैडिंग कहते हैं, यानी इसके तने के ऊपर चूना लगाते हैं, जी सर। वो कितनी देर बाद लगाना चाहिए? वो सर जी अमरूद को चूना नहीं लगा, बगैर चूने के? बगैर चूने के इसको चूना नहीं, वो दानेदार जहर डालते हैं उसकी जगह।
दानेदार जहर जी। उसे दुकान पे दानेदार जहर बोलना है। जी, दानदार जहर उसे बोलते हैं, कई कंपनी की है, संजीटा कंपनी की कोई भी जहर हो ना हाँ। वो इस्तेमाल करो। अगर बूटे को ज़्यादा से ज़्यादा परवरिश देनी है, हाँ अस्कोर ईजा बयान ठीक इसके है। ऊपर स्प्रे करते रहो, है। जल्दी बूटा तैयार होगा, परवरिश फड़ेगा बहुत। ज़बरदस्त, बड़ी अच्छी आपने टिप बताई है। अच्छा ये बताइए कि 1 एकड़ का बाग तैयार करने के लिए खर्चा कितना का हो जाता है? खर्चा सर 15,000 रुपये खर्चा आएगा इस पर, एक 1 एकड़? एकड़। जी, अगर आप बूटे नस्ल वाले लगाएंगे, आम बूटा, हम बूटा काश्त कर रहे हैं, मैं उकाड़े से पनीरी लेकर आऊँ, आपको दिखाता हूँ, तैयार की है मैंने। ठीक है वो इस मरूद से 20 दिन आगे पहले चलेगी। ठीक है, सर्दी की 20 दिन पहले चलेगी, गर्मी की 20 दिन इस मरूद से पहले चलेगा वो। माशाल्लाह जी, ज़बरदस्त है। मैं उकाड़े से पनीरी लेकर तैयार। 15,000 सिर्फ पनीरी का लगेगा? नहीं सर जी, मुकम्मल हो जाएगा बाग 1 एकड़ का मुकम्मल। 150 पौधे वाला या चोखड़े? 150 वाला पौधे वाला, चोखड़े वाला सर जी उस पर ज़्यादा खर्चा, वो कम से कम 20,000 20,000 तो 22,000 रुपये उतना लगेगा। उसमें खाल भी शामिल है? जी सर, वो जो आपने बाग लगवाना है, तुमने ज़मीन आपने तैयार करनी है, हमने पौधे ले जाने हैं या ज़मीन में लगा कर वापस आ जाने हैं। आप सर्विस भी देते हैं बाग लगाने जी की? बिल्कुल, सर्विस हर तरह की। ठीक है। अगर कोई दोस्त आपसे बाग लगवाना चाहे या ज़बरदस्त। पौधे लेने चाहे तो कोई नंबर बता दें। मिल जाए 0340 जी 125 90 26। 90 26। आप पूरे पंजाब में या पूरे पाकिस्तान में सर्विस देने के लिए तैयार हैं? सर हर तरह, ये सियालकोट ज़िला में है, जहाँ जहाँ बाग दूर दूर तक हमने लगा के आए बाग। ज़बरदस्त, जिंदाबाद। हम ये पूछेंगे कि 15-20 हज़ार खर्च करने के बाद पहले साल ये कितने का सेल हो जाता है? सर ये असल बाग तो 3 साल बाद सेल होता है। जो हम पनीरी देंगे, हाँ हम गारंटी देंगे, ठीक है। उसकी परवरिश बताएंगे, हमारे जिन के मुताबिक उसकी परवरिश हो जाए तो 1 साल बाद उसे फल लगेगा। 1 साल बाद? कुछ दाने लगेंगे 10 20 2 4। ठीक जब है। तीसरा साल आएगा बाग मुकम्मल पूरा आ जाएगा, वो 50,000 से ऊपर बिकेगा। हाँ। अगला साल आएगा, उसकी परवरिश मालिक की अच्छी करेगा, हाँ। उसके हम खरीदार होंगे लाख के। अगर बाग चौथे साल असी 1.5 लाख रुपए दे होंगे, असी खरीदार होंगे। यानी असल मुनाफा ये तीसरे और चौथे साल हाँ के बाद जी। होता है, 2 साल मुनाफा नहीं होता। हाँ 2 साल तो सर जी वो तैयार होने में लग जाते हैं ना। पहले साल भी 15,000 तो दूसरे साल भी 15,000। हाँ जी। इसमें खाद का खर्चा शामिल किया था? हाँ जी। ज़बरदस्त। खर्चा सर जी खाद तो 4 महीने बाद, हाँ जब पौधा परवरिश पकड़ेगा, खाद उसे डालनी है तकरीबन 2 फुट छोड़ के बूटे का, जो है ना जी जी 2 फुट फासला। ਇੱਥੇ ਖਾਦ ਪੈਣੀ ਸਰ ਜੀ, ਲਾਗੇ ਖਾਦ ਨਹੀਂ ਪਾਣੀ, ਇਹ 2 ਫੁੱਟ ਜਗ੍ਹਾ ਛੱਡ ਦੇਣੀ। ਇੱਥੇ ਬੂਟੇ ਨੂੰ ਜਿੰਨੀ ਖਾਦ ਪਾਓਗੇ ठीक है। ਉਨੀ ਜਲਦੀ ਬੂਟਾ ਤਿਆਰ ਹੋਏਗਾ। ਅਗਰ ਤੁਸੀਂ ਖਾਦ ਇੱਥੇ ਪਾਓਗੇ ਤਾਂ ਤੁਸੀਂ ਨੁਕਸਾਨ 'ਚ ਜਾਓਗੇ। यानी पौधे के मुंड में खाद नहीं ਖਾਦ डालनी। ਨਹੀਂ डाली, 2 ਫੁੱਟ दूर डालनी जी। ठीक हो गया, ठीक है। ਇੱਥੇ ਤੇ ਮਿੱਟੀ ਛੋਟੇ ਪੌਦੇ ਦੇ ਮਵਾਦ ਥੱਲੇ ਇਹ ਚੀਜ਼ ਹੋਣੀ ਚਾਹੀਦੀ। ठीक हो गया। हाँ जी। अच्छा अंकल जी ਇਹ ਦੱਸੋ ਕਿ ਤੁਸੀਂ ਦੱਸਿਆ ਕਿ ਪਹਿਲੇ ਸਾਲ 15,000 ਖਰਚੇ, ਉਸ ਤੋਂ ਖਾਦ ਦਾ ਖਰਚ ਉਸ ਤੋਂ ਇਲਾਵਾ ਹੈ? ਹਾਂਜੀ, ਖਾਦ ਉਸ ਤੋਂ ਇਲਾਵਾ ਪਾਣੀ ਦਾ ਖਰਚ ਵੀ ਉਸ ਤੋਂ ਇਲਾਵਾ ਹੈ? ਪਾਣੀ ਦਾ ਵੀ ਖਰਚ ਉਸ ਤੋਂ ਇਲਾਵਾ ਜੀ। ਜੋ ਖਰਚ ਪਨੀਰੀ ਅਗਰ ਉਹ ਲੈ ਕੇ ਆਉਂਦੇ ਨੇ ਜੀ, ਜਿੱਥੋਂ ਵੀ ਲੈ ਕੇ ਆਉਂਦੇ ਨੇ, ਸਾਡੇ ਕੋਲ ਲੈਂਦੇ ਨੇ, ਕਿਸੇ ਕੋਲ ਲੈਂਦੇ ਨੇ, ਜੀ ਜੀ ਅੱਛੀ ਕੁਆਲਿਟੀ ਦੀ ਪਨੀਰੀ ਮਿਲ ਜਾਂਦੀ ਹੈ। ਜੀ ਜੀ ਤੇ ਅਸੀਂ ਤਾਂ ਮਸ਼ਵਰਾ ਇਹ ਦੇਵਾਂਗੇ, ਜਦੋਂ ਬਾਗ ਲਾਉਣ ਭਰੋਸੇ ਵਾਲੇ ਬੰਦੇ ਕੋਲ ਪਨੀਰੀ ਲੈਣ, ਠੀਕ ਹੈ, ਜਿਹੜਾ ਅੱਛਾ ਆਦਮੀ ਹੈ। ਠੀਕ ਹੈ। ਸਾਡੇ ਸਿਆਲਕੋਟ 'ਚ ਜਾਂ ਪੰਜਾਬ 'ਚ ਕਿਹੜੇ ਇਲਾਕਿਆਂ 'ਚ ਇਹ ਕਾਮਯਾਬ ਹੈ? ਇਹ ਸਰ ਜੀ ਸਿਆਲਕੋਟ 'ਚ ਵੀ ਕਾਮਯਾਬ ਹੈ, ਜ਼ਿਲ੍ਹਾ ਉਕਾੜਾ, ਜ਼ਿਲ੍ਹਾ ਕਸੂਰ, ਬਹੁਤ ਜ਼ਿਆਦਾ ਅਮਰੂਦ ਜੀ, ਬਹੁਤ ਜ਼ਿਆਦਾ। ਉੱਥੇ ਵੀ ਉਧਰ ਵੀ ਕਾਮਯਾਬ? ਜਾਂ ਅਸਲ ਰਾਸ਼ੀ ਮੈਂ ਉਕਾੜੇ ਦਾ ਜੀ। ਠੀਕ ਹੈ, ਸਾਡਾ ਪਿੰਡ ਹੈ 26 2R, ਠੀਕ ਹੈ। ਕਰਮਾਂ ਵਾਲਾ ਸ਼ਰੀਫ, ਸ਼ਾਇਦ ਤੁਸੀਂ ਜੀ 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 ਗਏ ਵੀ ਹਾਂ। ਬਿਲਕੁਲ ਉਹਦੇ ਨਾਲ ਜੀ, ਕਰਮਾਂ ਵਾਲਾ ਸ਼ਰੀਫ ਫਾਟਕ ਗੱਡੀ ਦਾ, ਉਹਦੇ ਨਾਲ ਸਾਡਾ ਪਿੰਡ ਨਹਿਰ ਕ੍ਰਾਸ ਕਰਕੇ। ਹਾਂਜੀ ਠੀਕ ਹੈ, 26 2R 450 ਏਕੜ ਜੀ ਸਾਡੇ ਪਿੰਡ ਦੇ ਵਿੱਚ ਬਾਗ ਅਮਰੂਦ ਦਾ। ਮਾਸ਼ਾਅੱਲਾ, ਸਰਦਾਰ ਆਸਫ ਅਹਿਮਦ ਅਲੀ ਦਾ ਉਹ ਪਿੰਡ ਜੀ। ਜ਼ਬਰਦਸਤ। ਸਿਆਲਕੋਟ 'ਚ ਕਿੰਨੀ ਦੇਰ ਤੋਂ ਕੰਮ ਕਰ ਰਹੇ? ਇਹ 3 ਸਾਲ ਤੋਂ ਕਰ ਰਹੇ ਜੀ। 3 ਸਾਲ ਤੋਂ। ਇਹ ਬਾਗ ਮੈਂ ਹੀ ਲੈ ਕੇ ਆਇਆ ਜੀ, ਮੈਂ ਹੀ ਲਾਇਆ ਜੀ। ਮਾਲਕਾਂ ਨੇ ਫਿਰ ਬੁਲਾਇਆ, ਉਹਨੂੰ ਕੋਈ ਕੰਟਰੋਲ ਨਹੀਂ ਹੋਇਆ ਕੀੜਾ ਵਗੈਰਾ। ਉਹਨੇ ਫਿਰ ਮੈਨੂੰ ਕਾਲ ਕੀਤੀ ਵੀ ਯਾਰ ਬਾਗ ਤੂੰ ਆ ਕੇ ਖਰੀਦ ਸਾਡੇ ਕੋਲ। ਇਹ 3 ਸਾਲ ਤੋਂ ਬਾਗ ਮੈਂ ਖਰੀਦ ਰਿਹਾ। ਪਿੱਛੇ ਬਾਗ ਤਨਵਾਣਾ ਮੈਂ ਲਿਆ ਕੇ ਫਿਰ ਦੁਬਾਰਾ ਵੀ ਲਾਇਆ ਜੀ। ਜੀ ਆਓ ਹਾਂ ਦਿਖਾਓ। ਅੱਛਾ, ਕੀੜਾ ਜਿਹੜਾ ਵੇ ਉਹਦੇ ਜੀ। ਜ਼ਰਾ ਸਾਨੂੰ ਕਹਾਣੀ ਸੁਣਾਓ ਕਿ ਕੀੜਾ ਕਿਉਂ ਲੱਗਦਾ ਔਰ ਕਿਸ ਤਰ੍ਹਾਂ ਬਚਣਾ? ਇਹ ਸਰ ਜੀ ਕੀੜਾ ਜੇ ਲੱਗਦਾ ਜੇ ਕੁਦਰਤੀ ਮੱਖੀ ਪੈਦਾ ਹੁੰਦੀ, ਉਹਨੂੰ ਅਸੀਂ ਇਹਨੇ ਡੰਗ ਵਾਲੀ ਮੱਖੀ। ਇਹ ਸਰ ਜੀ ਇੱਕ ਕੁਦਰਤੀ ਮੱਖੀ ਤਿਆਰ ਹੁੰਦੀ, ਸੁਨਹਿਰੇ ਕਲਰ 'ਚ ਹੁੰਦੀ। ਉਹ ਮੱਖੀ ਡੰਗ ਨੂੰ ਮਾਰਦੀ, ਉਹ ਮਾਦਾ ਛੱਡ ਦਿੰਦੀ। ਇਹ ਅਮਰੂਦ ਹੈ, ਉਹਨੇ ਡੰਗ ਮਾਰ ਦੇਣਾ, ਮਾਦਾ ਇਹਨੇ ਸਰ ਜੀ ਉਹਨੇ ਵਿੱਚ ਛੱਡ ਦੇਣਾ ਕੱਚੇ ਅਮਰੂਦ 'ਚ। ਜਦੋਂ ਅਮਰੂਦ ਉਹਦੀ ਹੀਟ ਇੰਨੀ ਕੁ ਹੈ, ਉਹਦੀ ਹੀਟ ਨਾਲ ਅਮਰੂਦ ਪੱਕ ਜਾਏਗਾ, ਉਹ ਮਾਦਾ ਵਿੱਚ ਚੱਲ ਜਾਏਗਾ, ਚੱਲ ਕੇ ਉਹ ਕੀੜਾ ਬਣ ਜਾਏਗਾ। ਉਹਨੂੰ ਅਸੀਂ ਕੀੜਾ ਬੋਲਦੇ। ਉਹ ਅਮਰੂਦ ਜ਼ਾਇਆ ਹੋ ਜਾਏਗਾ। ਉਹ ਜ਼ਿਆਦਾਤਰ ਗਰਮੀ 'ਚ ਸ਼ੁਰੂ ਹੁੰਦੀ ਹੈ ਕਿ ਸਰਦੀ ਦੇ ਤੀਸਰੇ ਮਹੀਨੇ 'ਚ ਉਹਨੇ ਸ਼ੁਰੂ ਹੋਣਾ। ਠੀਕ ਹੈ। ਉਹ ਡੰਗ ਨੂੰ ਲਗਾਏਗੀ ਕੱਚੇ ਨੂੰ, ਉਹਦੀ ਖੁਰਾਕ ਹੈ ਡੰਗ। ਉਹ ਡੰਗ ਲਾਏਗੀ, ਡੰਗ ਤੋਂ ਬਾਅਦ ਉਹ ਅਮਰੂਦ ਉਹ ਡੰਗ ਦੀ ਜਗ੍ਹਾ ਤੋਂ ਪੀਲਾ ਹੋਣਾ ਸ਼ੁਰੂ ਹੋ ਜਾਏਗਾ। ਉਹ ਵਿੱਚ ਕੀੜਾ ਸ਼ੁਰੂ ਹੋ ਜਾਏਗਾ ਚੱਲਣਾ। ਉਹ ਮਾਦਾ ਜਿਹੜਾ ਉਹਨੇ ਛੱਡਣਾ, ਉਹ ਮਾਦੇ ਦਾ ਕੀੜਾ ਬਣੇਗਾ। ਉਹ ਕੀੜਾ ਫਿਰ ਵਿੱਚ ਅਮਰੂਦ ਨੂੰ ਖਾਈ ਜਾਏਗਾ, ਅਮਰੂਦ ਪੱਕ ਜਾਏਗਾ ਉਹਦੀ ਹੀਟ ਨਾਲ ਕੀੜੇ ਦੀ ਨਾਲ। ਅੱਛਾ, ਅਸੀਂ ਇਹ ਸੁਣਿਆ ਕਿ ਜਿੱਥੇ ਡੰਗ ਮੱਖੀ ਇੱਕ ਵਾਰੀ ਬਹਿ ਜਾਂਦੀ ਹੈ, ਜੀ। ਉੱਥੇ ਹੀ ਕੀੜਾ ਵਿੱਚ ਪੈਦਾ ਹੁੰਦਾ ਅੰਦਰ ਵਾਲੀ ਸਾਈਡ ਤੇ। ਬਿਲਕੁਲ ਉੱਥੇ ਹੁੰਦਾ ਜੀ।
ਉੱਥੇ ਹੀ ਹੁੰਦਾ। ਉਹਦਾ ਬਚਾਓ ਕਿਸ ਤਰ੍ਹਾਂ ਕਰੀਏ? ਉਹਦਾ ਬਚਾਓ ਸਰ ਜੀ ਇਹ ਉਹਦੀਆਂ ਸਪਰੇਵਾਂ ਨੇ, ਮਿਆਰੀ ਸਪਰੇਵਾਂ ਨੇ। ਨਿਆਸ ਵੇਰਾਂ ਦੀ ਸਪਰੇਅ ਤੋਂ ਬਗੈਰ ਇੱਥੇ ਸਿਆਲਕੋਟ ਏਰੀਏ 'ਚ ਬਾਅਦ ਦੀ ਸਪਰੇਅ ਨਹੀਂ ਮਿਲਦੀ। ਮੈਂ ਲੈ ਕੇ ਆਇਆ ਕੱਢ ਕੇ ਸਪਰੇਅ, ਉਹਦੇ 'ਚ ਸਪਰੇਅ ਲੈ ਕੇ ਮੈਂ ਟੈਨ ਟਾਈਮ 2300 ਰੁਪਏ ਦਾ ਲੀਟਰ ਯੂਰਪ ਤੋਂ ਦਰਾਮਸ਼ੁਦਾ ਅੱਛਾ ਉਹ ਲੈ ਕੇ ਉਹਦੇ ਨਾਲ ਕੰਟਰੋਲ ਹੁੰਦਾ ਜੀ। ਦਵਾਈਆਂ ਜ਼ਰਾਈ ਦਵਾਈਆਂ ਨੇ ਕੀੜਾ ਬਹੁਤ ਔਖਾ ਕੰਟਰੋਲ ਹੁੰਦਾ ਜੀ। ਅਸੀਂ ਫਿਰ ਜੇ ਕੰਟਰੋਲ ਕਰਨਾ ਹਰ ਤੀਸਰੇ ਦਿਨ ਸਪਰੇਅ ਕਰਨੀ, ਜਦੋਂ ਫਲ ਗਰਮੀ ਦਾ ਇੰਨਾ ਹੋ ਜਾਣਾ ਇਸ ਦਾਣੇ ਦੀ ਬਰਾਬਰ, ਉਦੋਂ ਅਸੀਂ ਸਪਰੇਅ ਤੀਸਰੇ ਚੌਥੇ ਦਿਨ ਅਸੀਂ ਮਾਰਨੀ ਹੁੰਦੀ, ਠੀਕ ਹਲਕੀ ਸਪਰੇਅ ਬਿਲਕੁਲ ਹਲਕੀ, ਵੀ ਉਹ ਮੱਖੀ ਬੋ ਨਾਲ ਮਰਨਾ ਨਹੀਂ, ਉਹਨੇ ਮਰਦੀ ਨਹੀਂ ਜੀ। ਉਹਨੇ ਅੱਗੇ ਪਿੱਛੇ ਦਰਖਤਾਂ ਤੇ ਹੋ ਜਾਣਾ, ਫਿਰ ਉਹਨੇ ਆ ਜਾਣਾ। ਉਹ ਸਿਰਫ ਬੋ ਹੀ ਕਰਨੀ, ਬੋ ਦੇ ਨਾਲੋਂ ਦੂਰ ਫਿਰ ਰਹਿੰਦੀ, ਫਿਰ ਉਹ ਕੀੜੇ ਦੀ ਬਚਤ ਰਹਿੰਦੀ। ਜੇ ਅਗਰ ਅਸੀਂ ਫਲ ਇਸ ਸਾਈਜ਼ ਦਾ ਹੋ ਜਾਏ, ਉਹ ਡੰਗ ਮਾਰ ਲੈ ਤੇ ਫਿਰ ਕੰਟਰੋਲ ਨਹੀਂ ਹੋ ਸਕਦਾ। ਜੋ ਡੰਗ ਵੱਜ ਗਿਆ ਉਹਨੇ ਚੱਲ ਜਾਣਾ। ਠੀਕ ਹੈ ਇਹ ਸਰ ਜੀ ਮੱਖੀ ਦਾ ਕੰਟਰੋਲ ਜੇ ਤੇ ਮਿਆਰੀ ਸਪਰੇਅ ਸੰਜੀਟਾ ਵਾਲਿਆਂ ਦੀ। ਮੱਖੀ ਕਿਹੜੇ ਮਹੀਨੇ ਵਿੱਚ ਜ਼ਿਆਦਾ ਪੈਦੀ? ਇਹ ਸਰ ਜੀ ਹੁਣ ਤੀਸਰੇ ਮਹੀਨੇ 'ਚ ਉਹਨੇ ਸ਼ੁਰੂ ਹੋ ਜਾਣਾ। ਮਾੜੀ ਜੀ ਗਰਮੀ ਆਣੀ ਤਾਂ ਉਹਨੇ ਸ਼ੁਰੂ ਹੋ ਜਾਣਾ। ਕੁਦਰਤੀ ਉਹ ਪੈਦਾ ਹੁੰਦੀ ਹੁਣ ਉਹ ਪੱਤਿਆਂ ਦੇ ਅੰਦਰਲੀ ਸਾਈਡ ਦੇ ਜਿੱਥੇ ਜ਼ਿਆਦਾ ਦਰਖਤ ਨੇ, ਇੱਥੇ ਉਹਨੇ ਬਹਿ ਜਾਣਾ। ਇਹ ਠੰਡ ਤੋਂ ਬਚਤ ਰਹੇਗੀ, ਮਾੜੀ ਜੀ ਧੁੱਪ ਨਿਕਲੇਗੀ ਤਾਂ ਬਾਹਰ ਆ ਜਾਏ। ਹੁਣ ਮੈਂ ਤੁਹਾਨੂੰ ਵਿਖਾ ਸਕਦਾ ਸੀ ਠੰਡ ਹੈ ਕਿਧਰੇ ਅੰਦਰ ਬਾਹਰ ਹੋਣੀ ਨਹੀਂ, ਤਾਂ ਉਹ ਜ਼ਿਆਦਾਤਰ ਨਾ ਮੱਖੀ ਸੁਨਹਿਰੇ ਕਲਰ ਦੀ ਹੁੰਦੀ, ਉਹ ਥੱਲੇ ਪੱਤਿਆਂ ਦੇ ਬਹਿ ਜਾਂਦੀ। ਮਾੜੀ ਜੀ ਗਰਮੀ ਨੇ ਬਾਹਰ ਆ ਕੇ ਡੰਗ ਮਾਰਨਾ, ਰਾਤ ਜਦੋਂ ਠੰਡ ਹੋਣੀ ਨੇ ਥੱਲੇ ਹੋ ਜਾਣਾ, ਤੇ ਉਹ ਬਹੁਤ ਜ਼ਿਆਦਾ ਨੁਕਸਾਨਦੇਹ। ਔਰ ਇਹ ਮੱਖੀ ਸਿਰਫ ਅਮਰੂਦਾਂ ਨੂੰ ਹੀ ਜ਼ਾਇਆ ਕਰਦੀ ਜਾਂ ਕਿਸੇ ਹੋਰ ਫਲ ਨੂੰ ਵੀ ਫਲ ਕਰਦੀ? ਜੀ ਇਹ ਖਰਬੂਜ਼ੇ ਨੂੰ ਕਰਦੀ ਜੇ, ਖੀਰੇ ਨੂੰ ਕਰਦੀ ਜੇ, ਟਮਾਟਰ ਨੂੰ ਕਰਦੀ ਜੇ, ਤੇ ਤਰਬੂਜ਼ ਨੂੰ ਕਰਦੀ ਜੇ। ਇਹ ਇੱਕ ਚੀਜ਼ ਹੀ ਜੀ ਸਨੇਲੀ ਕਲਰ ਮੱਖੀ ਹੁੰਦੀ ਜੀ, ਬਿਲਕੁਲ ਛੋਟੇ ਸਾਈਜ਼ ਦੀ। ਠੀਕ ਹੈ। ਤੇ ਜਿਹੜੇ ਲੋਕ ਤੁਸੀਂ ਦੱਸਿਆ ਕਿ ਸਿਆਲਕੋਟ ਵਿੱਚ ਅਵੇਲੇਬਲ ਨਹੀਂ, ਜੀ ਜਿਹੜੇ ਲੋਕ ਜਿਨ੍ਹਾਂ ਬਾਗ ਲਗਾਏ ਨੇ ਅਮਰੂਦਾਂ ਦੇ, ਉਹ ਤੁਹਾਡੇ ਨਾਲ ਰਾਬਤਾ ਕਰਕੇ ਤੇ ਦਵਾਈ ਵੀ ਮੰਗਵਾ ਸਕਦੇ ਨੇ? ਮੰਗਵਾ ਸਕਦੇ ਨੇ ਬਿਲਕੁਲ ਜੀ। ਠੀਕ ਹੋ ਗਿਆ। बहुत शुक्रिया सर, मुझे बड़ी अच्छी मालूमात दी।